ਪਾਠ 6ਵਾਂ ਧਰਤੀ ਸਾਡਾ ਵੀ ਘਰ। ਮਨੁੱਖਾਂ ਦੀ ਆਬਾਦੀ ਵਿੱਚ ਵਾਧਾ ਹੋਣ ਦੇ ਨਾਲ ਜੀਵਾਂ ਦੇ ਜੀਵਨ ਤੇ ਬਹੁਤ ਹੀ ਬੁਰਾ ਪ੍ਰਭਾਵ ਪਿਆ ਹੈ। ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਹਨਾਂ ਨੂੰ ਜਾਣੇ ਅਣਜਾਣੇ ਬਹੁਤ ਨੁਕਸਾਨ ਪਹੁੰਚਾਇਆ ਹੈ। ਆਓ ਇਸ ਪਾਠ ਰਾਹੀਂ ਅਸੀਂ ਜਾਣਦੇ ਹਾਂ ਕਿਵੇਂ ਸਾਡਾ ਜੀਵ ਜਗਤ ਖਤਰੇ ਵਿੱਚ ਹੈ ਤੇ ਅਸੀਂ ਇਸ ਲਈ ਕੀ ਭੂਮਿਕਾ ਨਿਭਾ ਸਕਦੇ ਹਾਂ। ਟਿੰਕੂ ਆਪਣੇ ਮੰਮੀ ਪਾਪਾ ਕੋਲ ਬੈਠਾ ਸਕੂਲ ਤੋਂ ਮਿਲਿਆ ਕੰਮ ਪੂਰਾ ਕਰ ਰਿਹਾ ਸੀ। ਅਚਾਨਕ ਉਸਨੂੰ ਕੁਝ ਯਾਦ ਆਇਆ ਤਾਂ ਉਸਨੇ ਪੁੱਛਿਆ, ਮੰਮੀ ਤੁਹਾਨੂੰ ਪਤਾ ਹੈ ਕੱਲ ਕਿੰਨੀ ਤਰੀਕ ਹੈ? ਕੱਲ 2 ਅਕਤੂਬਰ ਹੈ। ਬੁੱਝੋ ਕੱਲ ਕੀ ਹੈ? ਕੱਲ ਗਾਂਧੀ ਜਯੰਤੀ। ਕਿਉਂ, ਕੀ ਹੋਇਆ? ਮੰਮੀ ਸਾਡੇ ਟੀਚਰ ਨੇ ਦੱਸਿਆ ਕਿ ਕੱਲ ਗਾਂਧੀ ਜਯੰਤੀ ਵੀ ਹੈ ਅਤੇ ਕੱਲ ਤੋਂ ਜੰਗਲੀ ਜੀਵਨ ਸੁਰੱਖਿਆ ਹਫ਼ਤਾ ਵੀ ਸ਼ੁਰੂ ਹੈ। ਇਸ ਲਈ ਸਾਡੇ ਸਕੂਲ ਵਿੱਚ ਭਾਸ਼ਣ ਅਤੇ ਚਿੱਤਰਕਲਾ ਮੁਕਾਬਲੇ ਰੱਖੇ ਹਨ। ਮੈਂ ਵੀ ਆਪਣੇ ਸ਼ੇਰੂ ਦੀ ਤਸਵੀਰ ਬਣਾਵਾਂਗਾ। ਹਾਂ ਪੁੱਤਰ, ਜ਼ਰੂਰ। ਤੇਰੇ ਪਾਪਾ ਵੀ ਜੰਗਲੀ ਜੀਵਨ ਸੁਰੱਖਿਆ ਹਫ਼ਤਾ ਮਨਾਉਣ ਦੀ ਤਿਆਰੀ ਕਰ ਰਹੇ ਹਨ। ਪਰ ਪਾਪਾ ਤਾਂ ਸਕੂਲ ਵਿੱਚ ਨਹੀਂ ਪੜ੍ਹਦੇ, ਫੇਰ? ਹਾਂ, ਪਰ ਉਹ ਡਿਵੀਜ਼ਨ ਜੰਗਲਾਤ ਅਧਿਕਾਰੀ ਨੇ। ਉਹਨਾਂ ਦਾ ਮਹਿਕਮਾ ਕੇਵਲ ਦਰਖਤਾਂ ਦੀ ਹੀ ਨਹੀਂ ਸਗੋਂ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਵੀ ਕੰਮ ਕਰਦਾ ਹੈ। ਪਾਪਾ ਤੁਸੀਂ ਵੀ ਪੇਂਟਿੰਗ ਕਰੋਗੇ? ਨਹੀਂ ਟਿੰਕੂ, ਪੇਂਟਿੰਗ, ਗੀਤ, ਕਵਿਤਾ ਅਤੇ ਭਾਸ਼ਣ ਮੁਕਾਬਲੇ ਤਾਂ ਤਰੀਕੇ ਹਨ। ਅਸਲ ਮੰਤਵ ਤਾਂ ਉਸ ਦਿਨ ਜਾਂ ਹਫ਼ਤੇ ਦੌਰਾਨ ਕਿਸੇ ਖਾਸ ਵਿਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ। ਇਸ ਹਫ਼ਤੇ ਵਿੱਚ ਕਿਸ ਵਿਸ਼ੇ ਪ੍ਰਤੀ ਜਾਗਰੂਕ ਕਰਨਾ ਹੈ? ਸਾਰਿਆਂ ਜੰਗਲੀ ਜੀਵਾਂ ਪ੍ਰਤੀ। ਟਿੰਕੂ, ਸ਼ਾਇਦ ਕੱਲ ਸਕੂਲ ਵਿੱਚ ਤੈਨੂੰ ਇਸ ਗੱਲ ਦਾ ਪਤਾ ਲੱਗੇ ਕਿ ਹੁਣ ਤੱਕ ਬਹੁਤ ਸਾਰੇ ਜੀਵਾਂ ਦੀਆਂ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਕੁਝ ਖਤਮ ਹੋਣ ਕਿਨਾਰੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਸ ਵਿੱਚ ਮਨੁੱਖ ਦਾ ਬਹੁਤ ਵੱਡਾ ਹੱਥ ਹੈ। ਅੱਜ ਆਪਣਾ ਰਾਸ਼ਟਰੀ ਜਾਨਵਰ ਬਾਘ ਵੀ ਸੰਕਟ ਵਿੱਚ ਹੈ। ਜੀਵਾਂ ਦੀ ਗਿਣਤੀ ਵਿੱਚ ਕਮੀ ਆਉਣਾ ਅਤੇ ਪ੍ਰਜਾਤੀਆਂ ਦਾ ਖਤਮ ਹੋਣਾ ਚਿੰਤਾ ਦਾ ਵਿਸ਼ਾ ਹੈ। ਆਓ ਜਾਣਦੇ ਹਾਂ ਕਿ ਜੰਤੂਆਂ ਦੇ ਅਲੋਪ ਹੋਣ ਦੇ ਕੀ ਕਾਰਨ ਹਨ। ਰਹਿਣ ਸਥਾਨ ਦੀ ਕਮੀ। ਮਨੁੱਖ ਦੁਆਰਾ ਇਮਾਰਤਾਂ, ਸੜਕਾਂ ਆਦਿ ਬਣਾਉਣ ਲਈ ਜੀਵਾਂ ਦੇ ਕੁਦਰਤੀ ਰਹਿਣ ਸਥਾਨਾਂ ਨੂੰ ਉਜਾੜਿਆ ਜਾਂਦਾ ਹੈ। ਇਸ ਕਰਕੇ ਜੀਵ ਇੱਧਰ ਉੱਧਰ ਭਟਕਦੇ ਹੋਏ ਹੋਰ ਜਾਨਵਰਾਂ ਦਾ ਸ਼ਿਕਾਰ ਬਣ ਜਾਂਦੇ ਹਨ। ਮਨੁੱਖੀ ਬਸਤੀਆਂ ਵਿੱਚ ਜਾਣ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਭੋਜਨ ਦੀ ਕਮੀ। ਭੋਜਨ ਦੀ ਕਮੀ ਹੋਣ ਕਰਕੇ ਜੀਵ ਜੰਤੂ ਕਮਜ਼ੋਰ ਅਤੇ ਬਿਮਾਰ ਹੋ ਜਾਂਦੇ ਹਨ, ਜਿਸ ਨਾਲ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਵਾਤਾਵਰਣ ਵਿੱਚ ਤਬਦੀਲੀ। ਵਾਤਾਵਰਣ ਵਿੱਚ ਅਚਾਨਕ ਆਈ ਤਬਦੀਲੀ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ, ਜਿਨ੍ਹਾਂ ਕਰਕੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਭੂਚਾਲ ਜਾਂ ਹੋਰ ਕੁਦਰਤੀ ਆਫਤਾਂ। ਭੂਚਾਲ, ਹੜ੍ਹ, ਜੰਗਲਾਂ ਦੀ ਅੱਗ, ਸੋਕਾ ਪੈਣ ਤੇ ਜੀਵ ਜੰਤੂ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਅੰਨ੍ਹੇਵਾਹ ਸ਼ਿਕਾਰ। ਮਨੁੱਖ ਦੁਆਰਾ ਅੰਨ੍ਹੇਵਾਹ ਸ਼ਿਕਾਰ ਕਰਨ ਤੇ ਇਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ। ਇਸ ਤਰ੍ਹਾਂ ਬਹੁਤ ਸਾਰੇ
ਕਾਰਨ ਹਨ, ਜਿਨ੍ਹਾਂ ਕਰਕੇ ਜੀਵ ਜੰਤੂਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਪਿਆਰੇ ਬੱਚਿਓ, ਆਓ ਹੁਣ ਅਸੀਂ ਭਾਰਤ ਦੇ ਰਾਸ਼ਟਰੀ ਜਾਨਵਰ ਬਾਘ ਬਾਰੇ ਜਾਣੀਏ। ਇਸ ਨੂੰ ਅੰਗਰੇਜ਼ੀ ਵਿੱਚ ਟਾਈਗਰ ਕਹਿੰਦੇ ਹਨ। ਬਾਘ ਬਿੱਲੀ ਪਰਿਵਾਰ ਦਾ ਬਹੁਤ ਵੱਡਾ ਜੀਵ ਅਤੇ ਤੇਜ਼ ਸ਼ਿਕਾਰੀ ਹੈ। ਇਸ ਦਾ ਭਾਰ 300 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਇਸ ਦਾ ਰੰਗ ਪੀਲਾ ਭੂਰਾ ਹੁੰਦਾ ਹੈ। ਇਸ ਦੀ ਛਾਤੀ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੇ ਸਰੀਰ ਉੱਪਰ ਕਾਲੀਆਂ ਧਾਰੀਆਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਸ਼ੇਰ, ਚੀਤਾ ਅਤੇ ਬਾਘ ਵਿੱਚ ਅੰਤਰ ਨਹੀਂ ਜਾਣਦੇ। ਸ਼ੇਰ ਅਤੇ ਬਾਘ ਨੂੰ ਤਾਂ ਅਕਸਰ ਹੀ ਇੱਕ ਜੀਵ ਸਮਝ ਲੈਂਦੇ ਹਨ। ਆਓ ਇਹਨਾਂ ਤਿੰਨਾਂ ਦੇ ਚਿੱਤਰ ਦੇਖੀਏ ਅਤੇ ਅੰਤਰ ਜਾਣੀਏ। ਬਾਘ ਦੀ ਸੁੰਘਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬਾਘ ਦਾ ਆਪਣਾ ਇੱਕ ਖੇਤਰ ਹੁੰਦਾ ਹੈ। ਇਹ 10 ਤੋਂ 20 ਕਿਲੋਮੀਟਰ ਹੋ ਸਕਦਾ ਹੈ। ਇਹ ਖੇਤਰ ਸ਼ਿਕਾਰ ਦੀ ਪ੍ਰਾਪਤੀ ਉੱਤੇ ਨਿਰਭਰ ਕਰਦਾ ਹੈ। ਬਾਘ ਆਪਣੇ ਇਲਾਕੇ ਵਿੱਚ ਆਪਣੇ ਮੂਤਰ ਦੀ ਗੰਧ ਛੱਡਦਾ ਜਾਂਦਾ ਹੈ। ਇਸ ਤਰ੍ਹਾਂ ਬਾਘ ਇਸ ਗੰਧ ਨੂੰ ਸੁੰਘ ਕੇ ਪਹਿਚਾਣੇ ਜਾਂਦੇ ਹਨ ਕਿ ਇਹ ਖੇਤਰ ਕਿਸੇ ਦੂਸਰੇ ਬਾਘ ਦਾ ਹੈ। ਬਾਘ ਦੀ ਸੁਣਨ ਸ਼ਕਤੀ ਵੀ ਬਹੁਤ ਕਮਾਲ ਦੀ ਹੈ। ਇਹ ਹਵਾ ਦੁਆਰਾ ਪੱਤਿਆਂ ਦੇ ਹਿੱਲਣ ਦੀ ਆਵਾਜ਼ ਅਤੇ ਝਾੜੀਆਂ ਵਿੱਚ ਲੁਕੇ ਹੋਏ ਸ਼ਿਕਾਰ ਦੇ ਕਾਰਨ ਹਿਲਦੇ ਪੱਤਿਆਂ ਦੀ ਆਵਾਜ਼ ਦਾ ਅੰਤਰ ਜਾਣ ਜਾਂਦਾ ਹੈ। ਦੂਰ ਨੇੜੇ ਦੀਆਂ ਆਵਾਜ਼ਾਂ ਨੂੰ ਸੁਣਨ ਲਈ ਆਪਣੇ ਦੋਹਾਂ ਕੰਨਾਂ ਨੂੰ ਵੱਖ-ਵੱਖ ਦਿਸ਼ਾ ਵਿੱਚ ਘੁਮਾ ਸਕਦਾ ਹੈ। ਹੈ ਨਾ ਅਨੋਖੀ ਗੱਲ? ਇਸ ਦੀ ਆਵਾਜ਼ ਨੂੰ ਬਹੁਤ ਦੂਰ ਤੱਕ ਸੁਣਿਆ ਜਾ ਸਕਦਾ ਹੈ, ਲਗਭਗ 3 ਕਿਲੋਮੀਟਰ ਤੱਕ। ਬਾਘ ਆਪਣੀ ਆਵਾਜ਼ ਨੂੰ ਵੀ ਮੌਕੇ ਅਨੁਸਾਰ ਬਦਲ ਲੈਂਦਾ ਹੈ। ਇਸ ਦੀਆਂ ਅੱਖਾਂ ਦੀ ਬਣਤਰ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਰਾਤ ਨੂੰ ਵੀ ਬਹੁਤ ਆਸਾਨੀ ਨਾਲ ਦੇਖ ਸਕਦਾ ਹੈ। ਇਹ ਹਨੇਰੇ ਵਿੱਚ ਸਾਡੇ ਨਾਲੋਂ 6 ਗੁਣਾ ਜ਼ਿਆਦਾ ਦੇਖ ਸਕਦਾ ਹੈ। ਹਨੇਰੇ ਵਿੱਚ ਸ਼ਿਕਾਰ ਕਰਨ ਅਤੇ ਰਸਤਾ ਲੱਭਣ ਵਿੱਚ ਇਸ ਦੀਆਂ ਮੁੱਛਾਂ ਵੀ ਇਸ ਦੀ ਮਦਦ ਕਰਦੀਆਂ ਹਨ। ਬਾਘ ਦੀਆਂ ਮੁੱਛਾਂ ਹਵਾ ਦੀਆਂ ਤਰੰਗਾਂ ਦੁਆਰਾ ਪੈਦਾ ਕੀਤੀ ਹੋਈ ਕੰਪਨ ਤੋਂ ਸ਼ਿਕਾਰ ਦੀ ਸਥਿਤੀ ਦਾ ਅੰਦਾਜ਼ਾ ਲਗਾ ਲੈਂਦੀਆਂ ਹਨ। ਬਾਘ ਦੇ ਸਰੀਰ ਉੱਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ। ਚੀਤੇ ਦੇ ਸਰੀਰ ਉੱਤੇ ਕਾਲੀਆਂ ਚਿੱਤੀਆਂ ਅਰਥਾਤ ਕਾਲੇ ਰੰਗ ਦੇ ਗੋਲ ਚਿੰਨ੍ਹ ਹੁੰਦੇ ਹਨ, ਜਦ ਕਿ ਸ਼ੇਰ ਦੇ ਸਰੀਰ ਉੱਪਰ ਇਸ ਤਰ੍ਹਾਂ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਬੱਚਿਓ, ਤੁਹਾਨੂੰ ਪਤਾ ਹੈ ਸਾਡੇ ਬਾਘ ਵੀ ਸੰਕਟ ਵਿੱਚ ਹਨ। ਇੰਨਾ ਕੁਸ਼ਲ ਤੇ ਤੇਜ਼ ਜਾਨਵਰ ਹੁੰਦੇ ਹੋਏ ਵੀ ਬਾਘ ਕੁਝ ਲਾਲਚੀ ਮਨੁੱਖਾਂ ਦਾ ਸ਼ਿਕਾਰ ਬਣ ਰਿਹਾ ਹੈ। ਇਸ ਦੀ ਧਾਰੀਦਾਰ ਖੱਲ ਦੇਖਣ ਵਿੱਚ ਬਹੁਤ ਸੁੰਦਰ ਲੱਗਦੀ ਹੈ। ਇਸ ਤੋਂ ਕੋਟ, ਬੈਗ ਅਤੇ ਹੋਰ ਪਹਿਨਣ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ, ਜੋ ਕਿ ਬਹੁਤ ਮਹਿੰਗੀਆਂ ਵਿਕਦੀਆਂ ਹਨ। ਕੁਝ ਅੰਧ ਵਿਸ਼ਵਾਸੀ ਲੋਕ ਟੂਣੇ ਟੋਟਕਿਆਂ ਲਈ ਵੀ ਬਾਘਾਂ ਨੂੰ ਮਾਰ ਰਹੇ ਹਨ। ਸੰਨ 1900 ਤੱਕ ਪੂਰੀ ਦੁਨੀਆ ਵਿੱਚ ਲਗਭਗ 1 ਲੱਖ ਬਾਘ ਸਨ। ਅੱਜ ਦੁਨੀਆ ਵਿੱਚ ਇਹਨਾਂ ਦੀ ਸੰਖਿਆ ਲਗਭਗ 3890 ਰਹਿ ਗਈ ਹੈ। ਸੰਨ 2008 ਵਿੱਚ ਭਾਰਤ ਵਿੱਚ ਲਗਭਗ
1411 ਬਾਘ ਸਨ। ਇਹਨਾਂ ਜੰਤੂਆਂ ਦੀ ਹੋਂਦ ਬਚਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਬਾਘ ਪਰਿਯੋਜਨਾ ਹੈ। ਬੱਚਿਓ, ਆਓ ਅਸੀਂ ਹੁਣ ਬਾਘ ਪਰਿਯੋਜਨਾ ਬਾਰੇ ਜਾਣਦੇ ਹਾਂ। 1 ਅਪ੍ਰੈਲ 1973 ਨੂੰ ਬਾਘ ਪਰਿਯੋਜਨਾ ਦਾ ਆਰੰਭ ਕੀਤਾ ਗਿਆ, ਜਿਸ ਦਾ ਉਦੇਸ਼ ਬਾਘਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਅਤੇ ਉਹਨਾਂ ਦੇ ਸ਼ਿਕਾਰ ਉੱਤੇ ਪਾਬੰਦੀ ਲਗਾਉਣਾ ਸੀ। ਸ਼ੁਰੂ ਵਿੱਚ ਜਿਹੜੇ 9 ਖੇਤਰ ਇਸ ਪਰਿਯੋਜਨਾ ਵਿੱਚ ਲਿਆਂਦੇ ਗਏ, ਉਹਨਾਂ ਵਿੱਚ ਜਿਮ ਕਾਰਬੇਟ ਉੱਤਰਾਖੰਡ, ਰਣਥੰਭੌਰ ਰਾਜਸਥਾਨ, ਪਲਾਮੂ ਬਿਹਾਰ, ਕਾन्हा मध्य प्रदेश, सुंदरवन पश्चिमी बंगाल, मेलाघाट महाराष्ट्र, शिमलीपाल उड़ीसा, मानस असम ਅਤੇ ਬਾਂਦੀਪੁਰ ਕਰਨਾਟਕ ਸਨ। ਇਸ ਪਰਿਯੋਜਨਾ ਅਧੀਨ ਇਹਨਾਂ ਖੇਤਰਾਂ ਵਿੱਚ ਬਾਘ ਦੇ ਸ਼ਿਕਾਰ ਉੱਪਰ ਪੂਰਨ ਪਾਬੰਦੀ ਦੇ ਨਾਲ-ਨਾਲ ਢੁਕਵਾਂ ਰਹਿਣ ਸਥਾਨ ਅਤੇ ਉਚਿਤ ਭੋਜਨ ਪਾਣੀ ਦਾ ਪ੍ਰਬੰਧ ਕਰਨਾ ਸ਼ਾਮਿਲ ਹੈ। ਅੱਜ-ਕੱਲ੍ਹ ਇਹ ਖੇਤਰ 9 ਤੋਂ ਵੱਧ ਕੇ 50 ਹੋ ਗਏ ਹਨ। ਬੱਚਿਓ, ਵਾਤਾਵਰਣ ਦੀ ਸੰਭਾਲ ਸੰਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਅਸੀਂ ਵਾਤਾਵਰਣ ਦੀ ਸੰਭਾਲ ਲਈ ਕੁਝ ਦਿਵਸ ਮਨਾਉਂਦੇ ਹਾਂ, ਜਿਵੇਂ ਵਿਸ਼ਵ ਵਾਤਾਵਰਣ ਦਿਵਸ 5 ਜੂਨ, ਧਰਤ ਦਿਵਸ 22 ਅਪ੍ਰੈਲ, ਅੰਤਰਰਾਸ਼ਟਰੀ ਬਾਘ ਦਿਵਸ 29 ਜੁਲਾਈ, ਸੰਕਟਮਈ ਜੰਤੂ ਦਿਵਸ 20 ਮਈ। ਪਿਆਰੇ ਬੱਚਿਓ, ਅਸੀਂ ਆਪਣੇ ਰਾਸ਼ਟਰੀ ਪਸ਼ੂ ਨੂੰ ਬਚਾਉਣ ਲਈ ਆਪਣਾ ਯੋਗਦਾਨ ਵੱਖ-ਵੱਖ ਤਰੀਕਿਆਂ ਨਾਲ ਪਾ ਸਕਦੇ ਹਾਂ। ਆਓ ਜਾਣੀਏ ਕਿਵੇਂ। ਤੁਸੀਂ ਆਪਣੇ ਸਕੂਲ ਵਿੱਚ ਟਾਈਗਰ ਕਲੱਬ ਬਣਾ ਸਕਦੇ ਹੋ। ਇਹ ਟਾਈਗਰ ਕਲੱਬ ਬਹੁਤ ਸਾਰੇ ਕੰਮ ਕਰ ਸਕਦਾ ਹੈ। ਤੁਸੀਂ ਆਪਣੇ ਸਾਥੀਆਂ ਅਤੇ ਆਪਣੇ ਮਾਤਾ-ਪਿਤਾ ਜਾਂ ਹੋਰ ਲੋਕਾਂ ਨੂੰ ਗੱਲਬਾਤ ਰਾਹੀਂ ਇਸ ਗੱਲ ਲਈ ਸੁਚੇਤ ਕਰ ਸਕਦੇ ਹੋ ਕਿ ਬਾਘ ਦੀ ਹੋਂਦ ਖਤਰੇ ਵਿੱਚ ਹੈ। ਤੁਸੀਂ ਇਸ ਸੰਬੰਧੀ ਪੱਤਰ ਅਭਿਆਨ ਵੀ ਸ਼ੁਰੂ ਕਰ ਸਕਦੇ ਹੋ, ਜਿਸ ਵਿੱਚ ਲੋਕਾਂ ਨੂੰ ਪੱਤਰ ਲਿਖ ਕੇ ਵੀ ਬਾਘਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਚਮੜੇ ਦੀਆਂ ਬਣੀਆਂ ਚੀਜ਼ਾਂ ਨਾ ਖਰੀਦਣ ਲਈ ਪ੍ਰੇਰਿਤ ਕਰ ਸਕਦੇ ਹੋ। ਤੁਸੀਂ ਸਹਾਇਤਾ ਫੰਡ ਇਕੱਠਾ ਕਰਕੇ ਵੀ ਟਾਈਗਰ ਪਰਿਯੋਜਨਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਟਾਈਗਰ ਵਾਂਗ ਕਿਸੇ ਹੋਰ ਜੰਤੂ ਦੀ ਹੋਂਦ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਉਸਦੇ ਨਾਂ ਤੇ ਕਲੱਬ ਦਾ ਗਠਨ ਕੀਤਾ ਜਾ ਸਕਦਾ ਹੈ। ਤੁਸੀਂ ਕਿਸ ਜੰਤੂ ਬਾਰੇ ਕਲੱਬ ਦਾ ਗਠਨ ਕਰਨਾ ਚਾਹੋਗੇ? ਪਿਆਰੇ ਬੱਚਿਓ, ਆਓ ਅਸੀਂ ਸਫੇਦ ਬਾਘ ਬਾਰੇ ਜਾਣੀਏ। ਸੰਨ 1951 ਵਿੱਚ ਰੀਵਾ ਦੇ ਮਹਾਰਾਜਾ ਸ਼੍ਰੀ ਮਾਰਤੰਡ ਦੇਵ ਨੂੰ ਸ਼ਿਕਾਰ ਦੌਰਾਨ ਬਾਘ ਦਾ ਇੱਕ ਬੱਚਾ ਕੁਝ ਅਜੀਬ ਜਿਹਾ ਲੱਗਿਆ। ਉਹ ਉਸਨੂੰ ਆਪਣੇ ਨਾਲ ਮਹਿਲ ਵਿੱਚ ਲੈ ਆਏ। ਮਹਾਰਾਜਾ ਨੇ ਉਸਦਾ ਨਾਂ ਮੋਹਨ ਰੱਖਿਆ। ਜਦ ਉਹ ਬਾਘ ਦਾ ਬੱਚਾ ਵੱਡਾ ਹੋਇਆ ਤਾਂ ਉਸਦਾ ਰੰਗ ਬਿਲਕੁਲ ਸਫੈਦ ਸੀ। ਅੱਜ ਦੁਨੀਆ ਵਿੱਚ ਜਿੰਨੇ ਵੀ ਸਫੇਦ ਬਾਘ ਹਨ, ਉਹ ਕਿਸੇ ਨਾ ਕਿਸੇ ਰੂਪ ਵਿੱਚ ਮੋਹਨ ਨਾਂ ਦੇ ਬਾਘ ਦੀ ਸੰਤਾਨ ਹਨ। ਇਸ ਤਰ੍ਹਾਂ ਸਫੇਦ ਬਾਘ ਦੁਨੀਆ ਨੂੰ ਭਾਰਤ ਦਾ ਇੱਕ ਬਹੁਮੁੱਲਾ ਉਪਹਾਰ ਹੈ। ਅਸੀਂ ਬਾਘ ਦੀ
ਸੁਣਨ ਸ਼ਕਤੀ, ਸੁੰਘਣ ਸ਼ਕਤੀ ਅਤੇ ਖਤਰੇ ਨੂੰ ਮਹਿਸੂਸ ਕਰਨ ਦੀ ਸਮਰੱਥਾ ਬਾਰੇ ਜਾਣ ਲਿਆ ਹੈ। ਖਤਰੇ ਨੂੰ ਮਹਿਸੂਸ ਕਰਨ ਦੀ ਸਮਰੱਥਾ ਪੰਛੀਆਂ ਵਿੱਚ ਬਹੁਤ ਜ਼ਿਆਦਾ ਹੈ। ਭੂਚਾਲ ਆਦਿ ਦੇ ਖਤਰੇ ਨੂੰ ਪੰਛੀ ਮਨੁੱਖ ਤੋਂ ਪਹਿਲਾਂ ਮਹਿਸੂਸ ਕਰ ਲੈਂਦੇ ਹਨ। ਬੱਚਿਓ, ਹੁਣ ਅਸੀਂ ਘਰੇਲੂ ਚਿੜੀ ਬਾਰੇ ਜਾਣਦੇ ਹਾਂ। ਕਈ ਹੋਰ ਜੰਤੂਆਂ ਦੀ ਹੋਂਦ ਵੀ ਖਤਰੇ ਵਿੱਚ ਹੈ, ਜਿਨ੍ਹਾਂ ਵਿੱਚ ਇੱਕ ਘਰੇਲੂ ਚਿੜੀ ਵੀ ਹੈ। ਇਸ ਪੰਛੀ ਦੀ ਘਟਦੀ ਗਿਣਤੀ ਦਾ ਵੱਡਾ ਕਾਰਨ ਇਹਨਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ਹੈ। ਪਹਿਲਾਂ ਘਰ ਕੱਚੇ ਸਨ, ਜਿਨ੍ਹਾਂ ਵਿੱਚ ਚਿੜੀਆਂ ਆਪਣੇ ਆਲਣੇ ਬਣਾ ਲੈਂਦੀਆਂ ਸਨ। ਪਿਆਰੇ ਬੱਚਿਓ, ਹੁਣ ਅਸੀਂ ਘਰੇਲੂ ਬਿੱਲੀ ਬਾਰੇ ਜਾਣਦੇ ਹਾਂ। ਬਿੱਲੀਆਂ ਵੀ ਕੁਝ ਘੱਟ ਨਹੀਂ ਹਨ। ਦਿਨ ਦੇ ਸਮੇਂ ਬਿੱਲੀਆਂ ਦੀ ਦ੍ਰਿਸ਼ਟੀ ਲਗਭਗ ਮਨੁੱਖਾਂ ਵਰਗੀ ਹੀ ਹੁੰਦੀ ਹੈ, ਪਰੰਤੂ ਮੱਧਮ ਰੌਸ਼ਨੀ ਵਿੱਚ ਇਹ ਸਾਡੇ ਨਾਲੋਂ ਲਗਭਗ 6 ਗੁਣਾ ਜ਼ਿਆਦਾ ਵਧੀਆ ਦੇਖ ਸਕਦੀਆਂ ਹਨ। ਸੁੰਘਣ ਦੇ ਮਾਮਲੇ ਵਿੱਚ ਵੀ ਇਹ ਸਾਡੇ ਨਾਲੋਂ ਕਈ ਗੁਣਾ ਤੇਜ਼ ਹਨ। ਬਿੱਲੀਆਂ ਨੂੰ ਮਿੱਠਾ ਸਵਾਦ ਮਹਿਸੂਸ ਨਹੀਂ ਹੁੰਦਾ। ਬਿੱਲੀ ਦਿਨ ਵਿੱਚ 16 ਤੋਂ 18 ਘੰਟੇ ਸੌਂਦੀ ਹੈ, ਪਰ ਇਹ ਨੀਂਦ ਵਿੱਚ ਵੀ ਇੰਨੀ ਸੁਚੇਤ ਹੁੰਦੀ ਹੈ ਕਿ ਆਪਣੇ ਆਲੇ ਦੁਆਲੇ ਕਿਸੇ ਵੀ ਖਤਰੇ ਨੂੰ ਮਹਿਸੂਸ ਕਰ ਸਕਦੀ ਹੈ। ਪਿਆਰੇ ਬੱਚਿਓ, ਆਓ ਅਸੀਂ ਚਿੱਤਰਖੰਡ ਪਹੇਲੀ ਹੱਲ ਕਰੀਏ। ਇਸ ਪਹੇਲੀ ਵਿੱਚ ਕਿਸੇ ਤਸਵੀਰ ਨੂੰ ਕਈ ਟੁਕੜਿਆਂ ਵਿੱਚ ਇਸ ਤਰੀਕੇ ਨਾਲ ਕੱਟਿਆ ਜਾਂਦਾ ਹੈ ਕਿ ਉਹਨਾਂ ਟੁਕੜਿਆਂ ਨੂੰ ਜੋੜ ਕੇ ਮੁੜ ਚਿੱਤਰ ਬਣਾਉਣ ਲਈ ਕਾਫੀ ਸੋਚਣਾ ਪੈਂਦਾ ਹੈ। ਕਿਸੇ ਜੰਤੂ ਦੀ ਜਿਗਸਾਂ ਪਹੇਲੀ ਬਣਾਉਣ ਲਈ ਉਸ ਦੀ ਤਸਵੀਰ ਨੂੰ ਕਿਸੇ ਗੱਤੇ ਉੱਪਰ ਚਿਪਕਾਓ। ਫਿਰ ਉਸਨੂੰ ਬੇਤਰਤੀਬ ਟੁਕੜਿਆਂ ਵਿੱਚ ਕੱਟ ਲਓ। ਇਹਨਾਂ ਟੁਕੜਿਆਂ ਨੂੰ ਸਹੀ ਤਰਤੀਬ ਵਿੱਚ ਜੋੜਨਾ ਹੀ ਇਸ ਪਹੇਲੀ ਦਾ ਹੱਲ ਹੈ। ਡਾਕ ਵਿਭਾਗ ਸਮੇਂ-ਸਮੇਂ ਕਈ ਜੰਤੂਆਂ ਦੀਆਂ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕਰਦਾ ਹੈ। ਤੁਸੀਂ ਵੀ ਅਜਿਹੀਆਂ ਡਾਕ ਟਿਕਟਾਂ ਇਕੱਠੀਆਂ ਕਰ ਸਕਦੇ ਹੋ। ਯਾਦ ਰੱਖਣ ਯੋਗ ਗੱਲਾਂ। ਜੰਗਲੀ ਜੀਵਨ ਸੁਰੱਖਿਆ ਹਫ਼ਤਾ 2 ਅਕਤੂਬਰ ਤੋਂ ਮਨਾਇਆ ਜਾਂਦਾ ਹੈ। ਭਾਰਤ ਦਾ ਰਾਸ਼ਟਰੀ ਜਾਨਵਰ ਬਾਘ ਹੈ। ਭੂਚਾਲ ਆਦਿ ਦੇ ਖਤਰੇ ਨੂੰ ਪੰਛੀ ਮਨੁੱਖ ਤੋਂ ਪਹਿਲਾਂ ਮਹਿਸੂਸ ਕਰ ਲੈਂਦੇ ਹਨ। ਸਫੇਦ ਬਾਘ ਦੁਨੀਆ ਨੂੰ ਭਾਰਤ ਦਾ ਇੱਕ ਬਹੁਮੁੱਲਾ ਉਪਹਾਰ ਹੈ।